देख रहे हो ਸਰਵਜਨ ਨਿਊਜ਼ ਤੇ मैं ਤੁਹਾਡੇ ਨਾਲ ਸੰਦੀਪ ਸ਼ਰਮਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਇਬੀਟੀਜ਼ ਦੇ ਉੱਤੇ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਰਿੰਦਰ ਗੁप्ता ਜੀ, ਜਿਨ੍ਹਾਂ ਦੇ ਕੋਲੋਂ ਅੱਜ ਅਸੀਂ ਡਾਇਬੀਟੀਜ਼ ਦੇ ਬਾਰੇ ਤੇ ਔਰ ਇਹਨਾਂ ਦੇ ਜਿਹੜਾ ਡਾਕਟਰੀ ਲਾਈਨ ਦੇ ਵਿੱਚ ਇਹ ਆਏ ਆ, ਇਹਨਾਂ ਦੇ ਕੈਰੀਅਰ ਦੇ ਬਾਰੇ, ਉਹਦੇ ਬਾਰੇ ਵੀ ਅਸੀਂ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। आओ डॉक्टर साहब जी नाल गल करते हैं। नमस्कार सर। नमस्कार जी। सर मैनू सब तो पहला ये दसो कि जिहड़े तुसी प्रैक्टिस कीती है ये कित्थों कीती है? देखो मैं 1979 ਦੇ ਵਿੱਚ ਜਲੰਧਰ ਤੋਂ GAMS डिग्री जो इंटीग्रेटेड डिग्री है वो करके मैं लुधियाने आया और मैं बरनाले में बिलोंग करता वैसे बेसिकली। तो 1979 तो मैं शिवपुरी ਦੇ ਵਿੱਚ एज ए फैमिली फिजिशियन अपनियां सेवावां दे रहा ਹਾਂ और ਜਿਹਦੇ ਵਿੱਚ क्योंकि उदों डायबिटीज़ का कोई एडा वड्डा कंसर्न नहीं सीगा ते डायबिटीज़ का जो साडा जिहड़ा एक प्रोजैक्ट असीं शुरू किया उसका कारण ये सीगा कि अपना सन 2000 तक आते आते ਜਿਹੜੇ ਲੋਕ ਸਾਡੇ ਕੋਲ ਆਪਣੇ ਬੱਚਿਆਂ ਦਾ ਇਲਾਜ ਕਰਾਉਣ ਜਾਂ ਆਪਣੇ ਜੋ ਫੈਮਿਲੀ ਮੈਂਬਰ ਸੀ ਉਹਨਾਂ ਨੂੰ ਲੈ ਕੇ ਆਉਂਦੇ ਸੀ ਤੇ ਉਹਨਾਂ ਨੂੰ ਬਜਾਤੇ ਖੁਦ 2000 ਤੱਕ ਹਾਈਪਰਟੈਂਸ਼ਨ, ਹਾਰਟ ਅਟੈਕ, ਡਾਇਬੀਟੀਜ਼ ਇਹ ਸਾਰੀਆਂ ਤਕਲੀਫਾਂ ਹੋਣ ਲੱਗੇ ਤੇ ਫਿਰ ਸਾਨੂੰ ਲੱਗਾ ਕਿ ਹਾਂ ਡਾਇਬੀਟੀਜ਼ ਦੇ ਉੱਤੇ ਕੁਝ ਕਰਨਾ ਚਾਹੀਦਾ। ਅੱਜ ਕੱਲ੍ਹ ਜਿਹੜਾ ਹੈ ਕਿ ਹਰ ਇੱਕ ਇਨਸਾਨ ਨੂੰ ਜਿਹੜੀ ਹੈ ਡਾਇਬੀਟੀਜ਼ ਦੀ ਪ੍ਰੋਬਲਮ ਜ਼ਿਆਦਾਤਰ ਆ ਰਹੀ ਹੈ। ਇਹਦੇ ਕੀ ਕਾਰਨ ਕੀ ਨੇ, ਕੀ ਸਿੰਪਟਮਸ ਨੇ ਇਹ ਜਿਹੇ ਜਿਹੜਾ ਕਿ ਹਰ ਉਮਰ ਦਾ ਵਿਅਕਤੀ ਜਿਹੜਾ ਇਸ ਟਾਈਮ ਡਾਇਬੀਟੀਜ਼ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ? ਹਾਂ, ਮੈਂ ਵੀ ਉਹੀ ਗੱਲ ਕਰ ਰਿਹਾ ਸੀਗਾ ਕਿ ਜਦੋਂ ਅਸੀਂ 1979 ਦੇ ਵਿੱਚ ਡਿਗਰੀ ਕਰਕੇ ਆਏ ਉਦੋਂ ਡਾਇਬੀਟੀਜ਼ ਕੋਈ ਐਡੀ ਵੱਡੀ ਬਿਮਾਰੀ ਨਹੀਂ ਸੀ ਮੰਨੀ ਜਾਂਦੀ ਔਰ ਇਹ ਸਿਰਫ ਕਹੀ ਜਾਂਦੀ ਸੀ ਕਿ ਅਮੀਰਾਂ ਦੀ ਬਿਮਾਰੀ ਹੈਗੀ ਹੈ। ਪਰ ਮੈਂ ਜਿੱਦਾਂ ਦੱਸਿਆ ਕਿ 2000 ਸਾਲ ਤੱਕ ਆਉਂਦੇ ਉਹ ਸਾਡੇ ਕੋਲ ਜਿਹੜੀਆਂ ਫੈਮਲੀਆਂ ਆਉਂਦੀਆਂ ਸੀਗੀਆਂ ਤਾਂ ਉਹ ਲੋਕਾਂ ਦੇ ਵਿੱਚ ਇਹ ਚੀਜ਼ ਜਦੋਂ ਅਸੀਂ ਦੇਖੀ ਕਿ ਡਾਇਬੀਟੀਜ਼ ਹੋ ਰਹੀ ਹੈ ਫਿਰ ਸਾਨੂੰ ਵੈਸੇ ਮੈਂ ਜੇ ਮੰਨਾਂ ਤਾਂ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਸੋਚਦੇ ਸੀ ਕਿ ਸਾਡੇ ਵਿੱਚ ਕੋਈ ਐਸੀ ਕਮੀ ਹੈ, ਸਾਡੀ ਸਟ੍ਰੈਟਜੀ ਦੇ ਵਿੱਚ ਜਾਂ ਸਾਡੇ ਜੋ ਅਸੀਂ ਟ੍ਰੀਟਮੈਂਟ ਪਲਾਨ ਕਰਦੇ ਉਹਦੇ ਵਿੱਚ ਕੋਈ ਕਮੀ ਹੈਗੀ ਹੈ ਕਿ ਜਿਹਦੇ ਕਾਰਨ ਇਹ ਬਿਮਾਰੀ ਹੋ ਰਹੀ ਹੈਗੀ ਹੈ। ਪਰ ਜਿਵੇਂ ਜਿਵੇਂ ਅਸੀਂ 2003 ਤੋਂ ਡਾਇਬੀਟੀਜ਼ ਫ੍ਰੀ ਵਰਲਡ ਦੇ ਬੈਨਰ ਦੇ ਅੰਡਰ ਕੰਮ ਕੀਤਾ ਸ਼ੁਰੂ ਕੀਤਾ ਤਾਂ ਅਸੀਂ ਵੱਡੇ ਜਿੰਨੇ ਵੀ ਸ਼ਹਿਰ ਦੇ ਵੱਡੇ ਡਾਇਬੀਟੀਜ਼ ਦੇ ਜਾਂ ਹਾਰਟ ਦੇ ਜਾਂ ਆਪਣਾ ਐਂਡੋਕ੍ਰਿਨੋਲੋਜਿਸਟ ਜਿੰਨੇ ਵੀ ਸੀਗੇ ਉਹਨਾਂ ਨੂੰ ਅਸੀਂ ਕੰਟੈਕਟ ਕਰਕੇ ਆਪਣੇ ਨਾਲ ਜੋੜਿਆ, ਪਬਲਿਕ ਸਕਰੀਨਿੰਗ ਕੀਤੀ, ਬੜੇ ਕੈਂਪ ਕੀਤੇ ਜਿਹਦੇ ਵਿੱਚ ਸਾਨੂੰ ਆਪਣੀ ਸੁਸਾਇਟੀ ਦੇ ਵਿੱਚ ਜਿਹੜਾ ਡਾਇਬੀਟੀਜ਼ ਦਾ ਚੈਲੰਜ ਸੀਗਾ ਇਹਦੇ ਬਾਰੇ ਜਾਣਨ ਦਾ ਸਾਨੂੰ ਭਰਪੂਰ ਮੌਕਾ ਮਿਲਿਆ ਔਰ ਇਹ ਤੋਂ ਜੋ ਅਸੀਂ ਫਰਦਰ ਜੋ ਸਟੱਡੀ ਕੀਤੀ ਉਹ ਤੋਂ ਸਾਨੂੰ ਇਹੀ ਲੱਗਾ ਕਿ ਇਹਦਾ ਕਾਰਨ ਜੋ ਹੈਗਾ ਉਹ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਾਡਾ ਜਿਹੜਾ ਕੰਟਰੀ ਹੈ ਉਹ ਫੂਡ ਸਰਪਲਸ ਹੋ ਗਿਆ। ਪਹਿਲੇ ਸਾਡੇ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ, ਹੁਣ ਸਾਡੇ ਕੋਲ ਅਸੀਂ ਫੂਡ ਸਰਪਲਸ ਹੈ। ਇਸੀ ਦੇ ਨਾਲ ਹੀ ਅਸੀਂ ਜਿਹੜੀ ਪ੍ਰੋਗਰੈਸ ਕੀਤੀ ਉਹਦੇ ਸਦਕਾ ਸਾਡੇ ਕੋਲ ਸਕੂਟਰ, ਮੋਟਰਸਾਈਕਲ 2003 ਤੱਕ ਇਹ ਚੀਜ਼ ਬਹੁਤ ਆ ਗਈ ਸੀ। ਸਕੂਟਰ, ਕਾਰਾਂ, ਮੋਟਰਸਾਈਕਲ ਇਹ ਆਉਣ ਨਾਲ ਸਾਡੀ ਜਿਹੜੀ ਸਾਈਕਲ ਦੀ ਜਾਂ ਸਾਡੀ ਜਿਹੜੀ ਪੈਦਲ ਚੱਲਣ ਦੀ ਇੱਕ ਆਦਤ ਸੀਗੀ ਨੈਚੁਰਲ ਜਿਹੜੀ ਸੀਗੀ ਉਹ ਛੁੱਟ ਗਈ ਤੇ ਇਹਦਾ ਕਾਰਨ ਕੀ ਹੋਇਆ ਕਿ ਖਾਣਾ ਸਾਡੇ ਟੇਬਲ 'ਤੇ ਆ ਗਿਆ ਔਰ ਚੱਲਣ ਦੀ ਆਦਤ ਸਾਡੀ ਉਹ ਬੰਦ ਹੋ ਗਈ ਤਾਂ ਉਹਦੇ ਕਾਰਨ ਸਾਡੇ ਵਿੱਚ ਇੱਕ ਮੋਟਾਪਾ ਤੇ ਇੱਕ ਅਸੀਂ ਮੈਟਾਬੋਲਿਕ ਸਿੰਡਰੋਮ ਕਹਿੰਦੇ ਹਾਂ। ਮੈਟਾਬੋਲਿਕ ਸਿੰਡਰੋਮ ਦੇ ਵਿੱਚ ਕੀ ਹੁੰਦਾ ਹੈਗਾ, ਇੱਕ ਮੋਟਾਪਾ ਹੋ ਗਿਆ, ਇੱਕ ਡਿਸਲਿਪੀਡੀਮੀਆ, ਇੱਕ ਮਿਠੱਲੀ ਜੀਵਨ ਸ਼ੈਲੀ ਜਿਹੜੀ ਮੈਂ ਦੱਸ ਹੀ ਚੁੱਕਾ, ਤਾਂ ਹਾਈ ਕੈਲੋਰੀ ਫੂਡ ਹੋ ਗਿਆ ਜਿਹਦੇ ਕਾਰਨ ਮੋਟਾਪਾ ਹੁੰਦਾ, ਇੱਕ ਆਪਣਾ ਸਮੋਕਿੰਗ ਜਾਂ ਅਬਿਊਜ਼ ਆਫ ਅਲਕੋਹਲ। ਯਾਨੀ ਇਹ ਸਾਰੀਆਂ ਚੀਜ਼ਾਂ ਮਿਲ ਕੇ ਸਰੀਰ ਦੇ ਵਿੱਚ ਇੱਕ ਮੈਟਾਬੋਲਿਕ ਸਿੰਡਰੋਮ ਨਾਮ ਦੀ ਸਥਿਤੀ ਕ੍ਰੀਏਟ ਕਰ ਦਿੰਦੀਆਂ ਜਿਹੜੀ ਕਿ ਡਾਇਬੀਟੀਜ਼ ਦੇ ਹੋਣ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ। ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਡਾਇਬੀਟੀਜ਼ ਦੀਆਂ ਕੰਡੀਸ਼ਨ ਦੇ ਨਾਲ ਵੀ ਜਿਹੜੀਆਂ ਇਹ ਡਾਇਬੀਟੀਜ਼ ਹੁੰਦੀ ਹੈ, ਆਪਾਂ ਸੈਰ ਨਹੀਂ ਕਰਦੇ ਜਾਂ ਕੁਛ, ਤੇ ਤੁਹਾਨੂੰ ਕੀ ਲੱਗਦਾ ਵੀ ਇਸ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਕਿ ਲੋਕ ਜਿਹੜੇ ਕਿਹੜੀਆਂ ਸਾਵਧਾਨੀਆਂ ਵਰਤਣ ਤਾਂ ਜੋ ਜਿਹੜਾ ਹੈ ਡਾਇਬੀਟੀਜ਼ ਦੇ ਉੱਤੇ ਕੰਟਰੋਲ ਪਾਇਆ ਜਾ ਸਕੇ? ਹਾਂ, ਦੇਖੋ ਗੱਲ ਕੀ ਹੈਗੀ ਹੈ, ਡਾਇਬੀਟੀਜ਼ ਕੀ ਹੈਗੀ ਹੈ। ਡਾਇਬੀਟੀਜ਼ ਕੀ ਹੈ ਕਿ ਬਲੱਡ ਗਲੂਕੋਜ਼ ਦਾ ਲੈਵਲ ਜੇ ਉਹ ਖਾਲੀ ਪੇਟ 100 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਘੱਟ ਹੋਵੇ ਤਾਂ ਡਾਇਬੀਟੀਜ਼ ਨਹੀਂ ਹੋਵੇ, ਆਪਾਂ ਨੋਰਮਲ ਹੋਵੇ। ਤੇ ਇਸੇ ਤਰ੍ਹਾਂ ਖਾਣਾ ਖਾਣ ਤੋਂ ਬਾਅਦ
अगर ये 140 मिलीग्राम पर डेसीलीटर होवे या उस तो घट होवे तो बंदा बिल्कुल ठीक है। लेकिन यही मात्रा जे खाली पेट 100 तो वध होवे ते खाना खाने तो बाद 200 तो घट होवे उस तक असीं प्री डायबिटिक कहने। लेकिन जे खाना खाने तो बाद 200 हो तो ऊपर क्रॉस कर जाए फिर असीं कहने डायबिटीज़ हो गई। सो डायबिटीज़ होना सिर्फ ग्लूकोज की एक लैवल में असी एक पेशेंट में डायबिटिक का लेवल ला देंगे, ठीक है। लेकिन जी ब्लड ग्लूकोज हैगी है वो तो साडी बॉडी वास्ते नितांत आवश्यक है, क्योंकि ब्लड ग्लूकोज की हैगी है असी जो भी खाना खाने वो ब्लड ग्लूकोज के विच कन्वर्ट होंदा, ठीक है। और ये ब्लड ग्लूकोज ने साडे सैलां नूं एनर्जी देनी है, साडे सैलां ने उस एनर्जी के सदका ही काम करना है, वधना फुलना है या अपनी रिपेयर करनी है। सनी इसका मतलब ये होया कि साडे शरीर का जिन्ना भी करंट है या बॉडी की मैटाबॉलिज्म है वो तो ग्लूकोज डिपेंडेंट हैगी ही है। तो ग्लूकोज की मैटाबॉलिज्म यानी कि ग्लूकोज का एनर्जी के विच कन्वर्ट होने का जो प्रोसैस हैगा ਉਹਦੇ ਵਿੱਚ ਗੜਬੜ ਆਉਣ ਨੂੰ ਹੀ ਡਾਇਬੀਟੀਜ਼। ਦੇਖਿਆ ਹੈ ਕਿ ਕਈ ਮਰੀਜ਼ਾਂ ਨੂੰ ਇਨਸੂਲਿਨ ਦੀ ਜਿਹੜੀ ਹੈ ਡਾਕਟਰ ਕਈ ਸਲਾਹ ਦਿੰਦੇ ਹੈ ਕਿ ਇਨਸੂਲਿਨ ਲਗਾਈ ਜਾਵੇ। ਇਨਸੂਲਿਨ ਕਿਸ ਪਰਪਸ ਵਾਸਤੇ ਲਗਾਈ ਜਾਂਦੀ ਹੈ, ਕਿਉਂ ਲਗਾਈ ਜਾਂਦੀ ਹੈ, ਇਹ ਕਿਸ ਲੈਵਲ ਤੇ ਸ਼ੂਗਰ ਹੋਵੇ ਤਾਂ ਜੋ ਇਸ ਚੀਜ਼ ਦਾ ਉਪਯੋਗ ਕਰਨਾ ਪੈਂਦਾ ਹੈ। ਹਾਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਗਲੂਕੋਜ਼ ਦੀ ਮੈਟਾਬੋਲਿਜ਼ਮ ਦੇ ਵਿੱਚ ਗੜਬੜ ਹੈ, ਡਿਸਗਲਾਈਸੀਮੀਆ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਤਾਂ ਇਹਦੇ ਵਿੱਚ ਕਾਰਨ ਕੀ ਹੈ? ਆਪਣੀ ਬੋਡੀ 'ਚ ਇੱਕ ਹਾਰਮੋਨ ਹੁੰਦਾ ਇਨਸੂਲਿਨ ਜਿਹੜਾ ਕਿ ਇਸ ਗਲੂਕੋਜ਼ ਨੂੰ ਸੈੱਲ ਦੇ ਵਿੱਚ ਜਾ ਕੇ એનર્ਜੀ ਦੇ ਵਿੱਚ ਕਨਵਰਟ ਕਰਦਾ ਹੈ। ਹੁਣ ਜਦੋਂ ਕਿਸੇ ਨੂੰ ਡਾਇਬੀਟੀਜ਼ ਹੁੰਦੀ ਹੈ ਤਾਂ ਉਹਦੇ ਵਿੱਚ ਗੜਬੜ ਇਹੀ ਹੁੰਦੀ ਹੈ। ਨੰਬਰ 1 ਜਾਂ ਤਾਂ ਉਹਦੇ ਵਿੱਚ ਇਨਸੂਲਿਨ ਦੀ ਕਮੀ ਹੋ ਗਈ ਹੈ, ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਆਪਣੇ ਬੱਚਿਆਂ ਨੂੰ ਉਨੀ ਡਾਇਬੀਟੀਜ਼ ਨਹੀਂ ਹੈਗੀ ਜਿੰਨੀ ਵੈਸਟਰਨ ਵਰਲਡ ਦੇ ਵਿੱਚ ਹੈਗੀ ਹੈ, ਠੀਕ ਹੈ। ਤਾਂ ਜਾਂ ਦੂਸਰਾ ਕਾਰਨ ਕੀ ਹੋ ਸਕਦਾ ਹੈ ਕਿ ਜਿਹੜੀ ਇਨਸੂਲਿਨ ਜਿਹਦੀ ਇਹ ਰਿਸਪੌਂਸਿਬਿਲਿਟੀ ਹੈ ਕਿ ਜੋ ਬਲੱਡ ਦੇ ਵਿੱਚ ਗਲੂਕੋਜ਼ ਪਿਆ ਹੈਗਾ ਉਹਨੂੰ ਉਹਨੇ ਸੈੱਲਾਂ ਦੇ ਵਿੱਚ ਐਨਰਜੀ ਕਨਵਰਟ ਕਰਨਾ ਹੈ, ਕਿ ਉਹ ਇਨਸੂਲਿਨ ਆਪਣਾ ਕੰਮ ਕਰਨਾ ਭੁੱਲ ਗਈ ਹੈ। ਜਿੱਦਾਂ ਮੈਂ ਕਿਹਾ, ਮੋਟਾਪਾ, ਨਿਠੱਲੀ ਜੀਵਨ ਸ਼ੈਲੀ, ਜ਼ਿਆਦਾ ਫੈਟ ਵਾਲਾ ਭੋਜਨ ਖਾਣ ਨਾਲ ਡਿਸਲਿਪਿਡੀਮੀਆ ਔਰ ਸ਼ਰਾਬ ਸਿਗਰਟ ਦਾ ਸੇਵਨ, ਇਹ ਸਾਰੀਆਂ ਗੱਲਾਂ ਜੋ ਮੈਟਾਬੋਲਿਕ ਸਿੰਡਰੋਮ ਹੈ ਇਹ ਐਂਡ ਦੇ ਵਿੱਚ ਆਪਣੀ ਬੋਡੀ ਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ ਕ੍ਰੀਏਟ ਕਰਦਾ, ਯਾਨੀ ਇਨਸੂਲਿਨ ਆਪਣਾ ਕੰਮ ਕਰਨਾ ਭੁੱਲ ਜਾਂਦੀ ਹੈ। ਔਰ ਉਹਦਾ ਨਤੀਜਾ ਕੀ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਇਨਸੂਲਿਨ ਹੈਗੀ ਹੈ, ਖੂਨ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਸਾਡੇ ਕੋਲ ਗਲੂਕੋਜ਼ ਹੈਗੀ ਹੈ, ਪਰ ਸਾਡੇ ਸੈੱਲਾਂ ਨੂੰ એનર્ਜੀ ਨਹੀਂ ਮਿਲ ਰਹੀ। ਤਾਂ ਮਤਲਬ ਸਾਡੇ ਸੈੱਲ ਸਰੀਰ ਦੇ ਵਿੱਚ ਗਲੂਕੋਜ਼ ਔਰ ਇਨਸੂਲਿਨ ਹੋਣ ਦੇ ਬਾਵਜੂਦ ਵੀ એનર્ਜੀ ਤੋਂ ਵਾਂਝੇ ਨੇ। ਔਰ ਡਾਇਬੀਟਿਕ ਪੇਸ਼ੈਂਟ ਦੀ ਸਭ ਤੋਂ ਵੱਡੀ ਕੰਪਲੇਂਟ ਕੀ ਹੁੰਦੀ ਹੈ ਵੀ ਮੇਰੇ ਦੇ ਵਿੱਚ ਜਾਨ ਨਹੀਂ ਹੈਗੀ, ਤਾਕਤ ਨਹੀਂ ਹੈਗੀ, ਮੇਰੇ ਵਿੱਚ ਕਰੰਟ ਨਹੀਂ ਹੈਗਾ। ਸੋ ਇਹ ਇਨਸੂਲਿਨ ਦੀ ਰੈਜ਼ਿਸਟੈਂਸ ਜੋ ਹੈ ਇਹੀ ਸਾਡੇ ਜਿਹੜਾ ਇਹ ਸਾਡਾ ਥਰਡ ਵਰਲਡ ਕੰਟਰੀਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ ਨੇ ਪਿਛਲੇ 70 ਸਾਲਾਂ ਦੇ ਵਿੱਚ ਤਰੱਕੀ ਕੀਤੀ ਔਰ ਫੂਡ ਸਰਪਲਸ ਹੋਏ, ਉਹਨਾਂ ਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ ਦਾ ਹੀ ਇੱਕ ਕਾਰਨ ਹੈਗਾ ਕਿ ਇਹ ਡਾਇਬੀਟੀਜ਼ ਦਾ ਬਲਾਸਟ ਹੋਇਆ ਹੈ। ਜਿਹੜੇ ਡਾਇਬੀਟਿਸ ਦੇ ਪੇਸ਼ੈਂਟ ਨੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਡਾਇਬੀਟਿਸ ਦੇ ਲਈ ਕਿਹੜੀਆਂ ਸਾਵਧਾਨੀਆਂ ਵਰਤਣ ਤਾਂ ਜੋ ਉਹਨਾਂ ਦੀ ਜਿਹੜੀ ਹੈ ਡਾਇਬੀਟਿਸ ਜਿਹੜੀ ਹੈ ਕੰਟਰੋਲ 'ਚ ਰਹੇ? ਹਾਂ, ਦੇਖੋ, ਜਦੋਂ ਅਸੀਂ 2003 'ਚ ਇਹ ਡਾਇਬੀਟੀਜ਼ ਫ੍ਰੀ ਵਰਲਡ ਦੇ ਬੈਨਰ ਅੰਡਰ ਕੰਮ ਸ਼ੁਰੂ ਕੀਤਾ ਤਾਂ ਉਦੋਂ ਸਾਡਾ ਸਭ ਤੋਂ ਪਹਿਲਾ ਸਲੋਗਨ ਜਿਹੜਾ ਸੀਗਾ ਉਹ ਸੀਗਾ ਪੌਸ਼ਟਿਕ ਆਹਾਰ, ਪੋਜ਼ਿਟਿਵ ਵਿਚਾਰ, ਨਿਯਮਿਤ ਵਿਆयाम, ਸ਼ੂਗਰ ਦਾ ਕੰਮ ਤਮਾਮ। ਯਾਨੀ ਆਪਾਂ ਇਸ ਸਰੀਰ ਨੂੰ ਜਿਹੜਾ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈਗਾ ਇਹਨੂੰ ਨਿਊਟ੍ਰੀਸ਼ਨ ਦੇਣੀ ਇਹ ਸਾਡੀ ਰਿਸਪੌਂਸਿਬਿਲਿਟੀ ਹੈ, ਕਿਉਂਕਿ ਸਾਡੇ ਆਯੁਰਵੇਦ ਦੇ ਵਿੱਚ ਇੱਕ ਸ਼ਤਾਯੂ ਵਰਡ ਹੈਗਾ ਕਿ ਅਸੀਂ 100 ਸਾਲ ਦੀ ਉਮਰ ਲੈ ਕੇ ਉੱਪਰੋਂ ਆਏ ਹਾਂ ਔਰ ਸਾਨੂੰ 100 ਸਾਲ ਦਾ ਪੂਰਾ ਮਸਾਲਾ ਪਾ ਕੇ ਪ੍ਰਮਾਤਮਾ ਨੇ ਭੇਜਿਆ ਹੈਗਾ। ਜੇ ਅਸੀਂ ਕੋਈ ਵੀ ਇੱਦਾਂ ਦੀ ਗਲਤੀ ਨਹੀਂ ਕਰਦੇ ਤਾਂ ਅਸੀਂ 100 ਸਾਲ ਤੱਕ ਜੀ ਸਕਦੇ ਹਾਂ ਔਰ ਹੈਲਦੀ ਰਹਿ ਕੇ ਜੀ ਸਕਦੇ ਹਾਂ। ਤਾਂ ਉਹਦੇ ਵਾਸਤੇ ਅਸੀਂ ਆਪਣੀ ਬੋਡੀ ਨੂੰ ਪ੍ਰੋਪਰ ਨਿਊਟ੍ਰੀਸ਼ਨ ਦੇਣੀ ਹੈ, ਪੌਸ਼ਟਿਕ ਆਹਾਰ ਦੇਣਾ ਹੈ ਤੇ ਨਿਯਮਿਤ ਵਿਆयाम ਕਰਨਾ ਹੈਗਾ ਔਰ ਪੋਜ਼ਿਟਿਵ ਵਿਚਾਰ ਰੱਖਣੇ ਹੈ। ਅਸੀਂ ਕੋਈ ਵੀ ਆਪਣਾ ਨਕਾਰਾਤਮਕ ਜਿਹੜਾ ਸ਼ਬਦ ਹੈ ਉਹ ਆਪਣੀ ਲਾਈਫ ਦੇ ਵਿੱਚ ਅਸੀਂ ਆਉਣ ਨਹੀਂ ਦੇਣਾ। ਔਰ ਇਹ ਸਾਰੀਆਂ ਗੱਲਾਂ ਦੇ ਨਾਲ ਡਾਇਬੀਟੀਜ਼ ਕੀ ਹੋਰ ਵੀ ਬਿਮਾਰੀਆਂ ਜਿਹੜੀਆਂ ਏਜ ਰਿਲੇਟਡ ਹੈਗੀਆਂ ਨੇ ਉਹ ਆਪਾਂ ਨੂੰ ਨਹੀਂ ਹੋਣਗੀਆਂ। ਅਤੇ ਉਸ ਤੋਂ ਬਾਅਦ ਹੁਣ ਅਸੀਂ ਜਦੋਂ ਇਨਸੂਲਿਨ ਰੈਜ਼ਿਸਟੈਂਸ ਨੂੰ ਮੇਨ ਕਾਜ਼ ਆਫ ਡਾਇਬੀਟੀਜ਼ ਇਨ ਇੰਡੀਆ ਦੇਖਿਆ ਤਾਂ ਉਸ ਤੋਂ ਬਾਅਦ ਅਸੀਂ ਇੱਕ ਸਿੰਪਲ ਅਪਰੋਚ ਬਣਾਈਏ ਕਿ ਆਓ ਸ਼ੂਗਰ ਨੂੰ ਹਰਾਈਏ।
ਪੈਦਲ ਆਈਏ ਜਾਈਏ, ਯਾਨੀ ਸਿਰਫ ਪੈਦਲ ਚੱਲਣ ਦੇ ਨਾਲ ਹੀ ਅਸੀਂ ਡਾਇਬਟੀਜ਼ ਤੋਂ ਬਚ ਸਕਦੇ ਹਾਂ ਔਰ ਪੈਦਲ ਚੱਲਣ ਨਾਲ ਹੀ ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰ ਸਕਦੇ ਹਾਂ। ਹੁਣ ਮੇਰਾ ਯਕੀਨ ਮੰਨਿਓ, ਜਿਹੜੇ ਵੀ ਲੋਕ ਜਿਹੜੇ ਬਹੁਤ ਅਮੀਰ ਲੋਕ ਹੁੰਦੇ ਨੇ ਜਿਨ੍ਹਾਂ ਵਾਸਤੇ ਪੈਦਲ ਚੱਲਣਾ ਇੱਕ ਸਟੇਟਸ ਸਿੰਬਲ ਦੇ ਖਿਲਾਫ ਹੈਗਾ, ਠੀਕ ਹੈ ਨਾ, ਤਾਂ ਉਹ ਲੋਕਾਂ ਦੇ ਵਿੱਚ ਵੀ ਚਾਹੇ ਉਹ ਕਿੰਨੇ ਮਰਜ਼ੀ ਵੱਡੇ ਡਾਕਟਰ ਤੋਂ ਕਿੰਨੇ ਮਰਜ਼ੀ ਵੱਡੇ ਹਸਪੀਟਲ 'ਚ ਇਲਾਜ ਕਰਾਉਂਦੇ ਹੋਣ, ਲੇਕਿਨ ਜਿਹੜੇ ਲੋਕ ਪੈਦਲ ਨਹੀਂ ਚੱਲਦੇ ਉਹਨਾਂ ਦੀ ਕਿਸੇ ਦੀ ਸ਼ੂਗਰ ਕੰਟਰੋਲ ਨਹੀਂ ਹੁੰਦੀ। ਔਰ ਇਨਸੂਲਿਨ ਦਾ ਇੰਜੈਕਸ਼ਨ ਸਾਡੇ ਜਿਹੜੀ ਥਰਡ ਵਰਲਡ ਕੰਟਰੀ ਹੈ ਜਾਂ ਡਿਵੈਲਪਿੰਗ ਵਰਲਡ ਹੈਗਾ, ਇਹਦੇ ਲੋਕਾਂ ਦੇ ਵਿੱਚ ਇਨਸੂਲਿਨ ਦਾ ਇੰਜੈਕਸ਼ਨ ਦਾ ਕੋਈ ਬਹੁਤ ਵੱਡਾ ਰੋਲ ਨਹੀਂ ਹੈਗਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਨਸੂਲਿਨ ਦੀ ਕਮੀ ਸਾਡੇ ਦੇਸ਼ ਦੇ ਵਿੱਚ ਨਹੀਂ ਹੈਗੀ, ਇਨਸੂਲਿਨ ਰੈਜ਼ਿਸਟੈਂਸ ਹੈਗੀ ਹੈ। ਤਾਂ ਇਨਸੂਲਿਨ ਰੈਜ਼ਿਸਟੈਂਸ ਦਾ ਕਾਰਨ ਕੀ ਹੈਗਾ? ਉਹੀ ਨਿਠੱਲਾ ਜੀਵਨ ਸ਼ੈਲੀ, ਹਾਈ ਕੈਲੋਰੀ ਫੂਡ ਔਰ ਡਿਸਲਿਪੀਡੀਮੀਆ, ਸਮੋਕਿੰਗ, ਸ਼ਰਾਬ ਔਰ ਜਿਹੜਾ ਮਤਲਬ ਮੋਟਾਪਾ ਹੈਗਾ। ਔਰ ਜਦੋਂ ਹੀ ਅਸੀਂ ਪੈਦਲ ਚੱਲਣਾ ਸ਼ੁਰੂ ਕਰਦੇ ਹਾਂ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਆਪ ਸੈਲਫ ਕਰੈਕਸ਼ਨ ਮੋਡ ਦੇ ਵਿੱਚ ਚਲੀਆਂ ਜਾਂਦੀਆਂ ਨੇ ਔਰ ਜੋ ਇਨਸੂਲਿਨ ਰੈਜ਼ਿਸਟੈਂਸ ਹੁੰਦੀ ਹੈ ਉਹ ਇਨਸੂਲਿਨ ਸੈਂਸਿਟੀਵਿਟੀ 'ਚ ਕਨਵਰਟ ਹੋ ਜਾਂਦੀ ਹੈ। ਇਨਸੂਲਿਨ ਸੈਂਸਿਟੀਵਿਟੀ 'ਚ ਕਨਵਰਟ ਹੁੰਦੇ ਹੀ ਸਾਡੇ ਸੈੱਲਾਂ ਨੂੰ ਉਹ એનર્ਜੀ ਮਿਲਣ ਲੱਗ ਜਾਂਦੀ ਹੈ ਜਿਹਦੀ ਉਹਨਾਂ ਨੂੰ ਦਰਕਾਰ ਹੁੰਦੀ ਹੈ ਔਰ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਪੇਸ਼ੈਂਟ ਦਾ એનર્ਜੀ ਲੈਵਲ ਇੱਕੋ ਦਮ ਅਪ ਹੁੰਦਾ ਔਰ ਉਹ એનર્ਜੀ ਦਾ ਸੰਚਾਰ ਜਿਹੜਾ ਹੈਗਾ ਉਹ ਉਹਦੀ ਜਨਰਲ ਵੈਲਬੀਇੰਗ ਦੇ ਵਿੱਚ ਉਹ ਵਿਜ਼ੀਬਲ ਹੁੰਦਾ ਔਰ ਥੋੜ੍ਹੇ ਹੀ ਦਿਨਾਂ ਦੇ ਵਿੱਚ ਪੇਸ਼ੈਂਟ ਦੇ ਵਿੱਚ ਜਿਹੜੇ ਉਹ ਨਕਾਰਾਤਮਕ ਵਿਚਾਰ ਹੁੰਦੇ ਆ ਜਾਂ ਉਹ ਵਿਕਾਰ ਇੱਕ ਹੈਗਾ ਜਿਹੜਾ ਉਹਦੇ ਵਿੱਚ ਕਮੀ ਹੈ, ਜਿਹੜਾ ਬੈਠੇ ਬੈਠੇ ਸੌਂਦਾ ਵੀ ਹੈਗਾ, ਉਹ ਸਾਰਾ ਕੁਝ ਠੀਕ ਹੋ ਜਾਂਦਾ। ਦਰਸ਼ਕੋ, ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਡਾਕਟਰ ਸੁਰਿੰਦਰ ਗੁਪਤਾ ਜੀ ਦੇ ਨਾਲ ਸਾਡੀ ਅੱਜ ਜਿਹੜੀ ਹੈ ਡਾਇਬੀਟੀਜ਼ ਦੇ ਉੱਤੇ ਚਰਚਾ ਹੋਈ ਹੈ। ਸੋ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਵੀ ਡਾਕਟਰ ਸਾਹਿਬ ਨੇ ਕਿਹੜੀਆਂ ਸਾਵਧਾਨੀਆਂ ਜਿਹੜੀਆਂ ਡਾਇਬੀਟੀਜ਼ ਤੋਂ ਬਚਣ ਵਾਸਤੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਸੋ ਤੁਸੀਂ ਵੀ ਇਹਨਾਂ ਸਾਵਧਾਨੀਆਂ ਦੇ ਪ੍ਰਤੀ ਸੁਚੇਤ ਰਹੋ ਤਾਂ ਜੋ ਜਿਹੜਾ ਹੈ ਡਾਇਬੀਟੀਜ਼ ਤੁਹਾਡੀ ਜਿਹੜੀ ਹੈ ਕੰਟਰੋਲ ਵਿੱਚ ਰਹੇ। ਸੋ ਮੇਰੇ ਵੱਲੋਂ ਔਰ ਸਰਵਜਨ ਨਿਊਜ਼ ਦੀ ਟੀਮ ਵੱਲੋਂ ਜਿਹੜਾ ਹੈ ਡਾਕਟਰ ਸੁਰਿੰਦਰ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਡਾਇਬੀਟੀਜ਼ ਦੇ ਉੱਤੇ ਇੰਨਾ ਅੱਛਾ ਉਪਾਅ ਦੱਸਿਆ ਔਰ ਡਾਇਬੀਟੀਜ਼ ਤੋਂ ਬਚਣ ਲਈ ਜਿਹੜੇ ਹੈ ਸਾਵਧਾਨੀਆਂ ਵਰਤਣ ਵਾਸਤੇ ਦੱਸਿਆ। ਮੇਰੇ ਨਾਲ ਕੈਮਰਾਮੈਨ ਗਗਨ ਕਈ ਦੀ ਖਾਸ ਰਿਪੋਰਟ। ਧੰਨਵਾਦ।